ਹੈਲੋ ਦੋਸਤੋ, ਮਨੁੱਖੀ ਇਤਿਹਾਸ ਵਿੱਚ ਇੱਕ ਨਿਊਕਲੀਅਰ ਪਲਾਂਟ ਦਾ ਸਭ ਤੋਂ ਖਤਰਨਾਕ ਹਾਦਸਾ ਜੋ ਕਿ ਨਾਰਥ ਯੂਕਰੇਨ ਦੇ ਇੱਕ ਪ੍ਰਿਪਿਅਤ ਸ਼ਹਿਰ ਵਿੱਚ ਵਾਪਰਦਾ। ਸੋਵੀਅਤ ਸੰਘ ਦੁਆਰਾ ਇੱਥੇ ਇੱਕ ਨਿਊਕਲੀਅਰ ਪਲਾਂਟ ਲਗਾਇਆ ਜਾਂਦਾ, ਜਿਸ ਰਾਹੀਂ ਬਹੁਤ ਹੀ ਘੱਟ ਲਾਗਤ ਜਾਂ ਖਰਚੇ 'ਤੇ ਬਿਜਲੀ ਪੈਦਾ ਕੀਤੀ ਜਾਂਦੀ ਆ। ਇਸ ਹਾਦਸੇ ਨਾਲ ਨਾ ਸਿਰਫ 5 ਲੱਖ ਲੋਕ ਪ੍ਰਭਾਵਿਤ ਹੁੰਦੇ ਆ, ਬਲਕਿ ਆਉਣ ਵਾਲੇ 20,000 ਸਾਲ ਤੱਕ ਇੱਥੇ ਲੋਕਾਂ ਦਾ ਰਹਿਣਾ ਮੁਸ਼ਕਿਲ ਜਾਂ ਨਾਮੁਮਕਿਨ ਹੋ ਜਾਂਦਾ। ਬੇਸ਼ੱਕ 1985 ਤੱਕ ਇਹ ਸ਼ਹਿਰ ਚੰਗੀ ਤਰ੍ਹਾਂ ਵਸ ਰਿਹਾ ਸੀ, ਪਰ 25 ਅਪ੍ਰੈਲ 1986 ਨੂੰ ਇੱਥੇ ਇੱਕ ਅਜਿਹੀ ਘਟਨਾ ਵਾਪਰਦੀ ਆ ਜਿਸ ਨਾਲ ਆਉਣ ਵਾਲੇ ਟਾਈਮ ਵਿੱਚ ਇਹ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ। ਇਸ ਨਿਊਕਲੀਅਰ ਪਲਾਂਟ ਵਿੱਚ 4 ਰਿਐਕਟਰ ਲੱਗੇ ਹੁੰਦੇ ਆ। ਇਹ ਰਿਐਕਟਰ ਅਜਿਹੇ ਹੁੰਦੇ ਆ ਜੋ ਕਿ ਇੱਕ ਵਾਰ ਚੱਲਣ ਤੋਂ ਬਾਅਦ ਇਹਨਾਂ ਨੂੰ ਦੁਬਾਰਾ ਕਦੇ ਬੰਦ ਨਹੀਂ ਕੀਤਾ ਜਾ ਸਕਦਾ, ਕਿਉਂਕਿ ਬੰਦ ਹੋਣ 'ਤੇ ਇਹਨਾਂ ਵਿੱਚ ਤਾਪਮਾਨ ਇੰਨਾ ਜ਼ਿਆਦਾ ਵੱਧ ਜਾਂਦਾ ਜਿਸ ਨਾਲ ਬਲਾਸਟ ਹੋ ਸਕਦਾ। ਇਹ ਨਿਊਟ੍ਰੋਨ ਜਾਂ ਯੂਰੇਨੀਅਮ ਦੀ ਇੱਕ ਚੇਨ ਨਾਲ ਚੱਲਦੇ ਆ ਜੋ ਕਿ ਪਾਣੀ ਨੂੰ ਭਾਫ਼ ਵਿੱਚ ਬਦਲਦੇ ਨੇ, ਜਿਨ੍ਹਾਂ ਨਾਲ ਟਰਬਾਈਨ ਚੱਲਦੇ ਆ ਅਤੇ ਅੱਗੇ ਬਿਜਲੀ ਪੈਦਾ ਹੁੰਦੀ ਆ। ਪਰ 25 ਅਪ੍ਰੈਲ 1986 ਦੀ ਰਾਤ ਨੂੰ ਤਕਰੀਬਨ 11 ਵਜੇ ਇਸ ਸ਼ਹਿਰ ਵਿੱਚ ਬਿਜਲੀ ਦਾ ਕੱਟ ਲੱਗਦਾ। ਹੁਣ ਹਰ ਇੱਕ ਰਿਐਕਟਰ ਨੂੰ ਚਲਾਉਣ ਲਈ 3 ਜਨਰੇਟਰ ਵੀ ਲੱਗੇ ਹੁੰਦੇ ਆ ਤਾਂ ਜੋ ਇਹ ਰਿਐਕਟਰ ਕਿਸੇ ਵੀ ਸਮੇਂ ਬੰਦ ਨਾ ਕੀਤੇ ਜਾ ਸਕਣ। ਪਰ ਉਸ ਰਾਤ ਦੀ ਸ਼ਿਫਟ 'ਤੇ ਕੰਮ ਕਰਨ ਵਾਲੇ ਲੋਕ ਥੋੜ੍ਹੇ ਅਣਜਾਣ ਹੁੰਦੇ ਆ, ਜੋ ਕਿ ਗਲਤੀ ਨਾਲ ਜਨਰੇਟਰ ਨੂੰ ਚਲਾਉਣ ਵਾਲੇ ਆਟੋਮੈਟਿਕ ਬਟਨ ਨੂੰ ਬੰਦ ਕਰ ਦਿੰਦੇ ਆ, ਜਿਸ ਕਰਕੇ ਇੱਕ ਰਿਐਕਟਰ ਦਾ ਤਾਪਮਾਨ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਉਸ ਵਿੱਚ ਬਲਾਸਟ ਹੋ ਜਾਂਦਾ। ਇਸ ਬਲਾਸਟ ਨਾਲ ਇੰਨੀ ਜ਼ਿਆਦਾ ਰੌਸ਼ਨੀ ਨਿਕਲਦੀ ਆ ਕਿ ਆਸ-ਪਾਸ ਦੇ ਲੋਕਾਂ ਨੂੰ ਇੱਕ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ। ਇਸ ਸਮੇਂ ਤੱਕ ਇਸ ਪਾਵਰ ਪਲਾਂਟ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੂੰ ਵੀ ਕੋਈ ਗੱਲ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ ਕਿ ਇੱਥੇ ਐਡਾ ਵੱਡਾ ਹਾਦਸਾ ਵਾਪਰ ਚੁੱਕਿਆ ਜੋ ਕਿ ਇੱਥੋਂ ਦੀ ਇਨਸਾਨੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ। ਹਾਦਸੇ ਤੋਂ ਅਣਜਾਣ ਹੋਣ ਕਰਕੇ ਜਦੋਂ ਬਾਕੀ ਵਰਕਰ ਬਲਾਸਟ ਵਾਲੀ ਜਗ੍ਹਾ 'ਤੇ ਪਹੁੰਚਦੇ ਆ ਤਾਂ ਇੱਥੇ ਕੰਮ ਕਰਨ ਵਾਲੇ 3 ਵਰਕਰਾਂ ਦੀ ਆਲਰੇਡੀ ਮੌਤ ਹੋ ਚੁੱਕੀ ਹੁੰਦੀ ਆ। ਉਹਨਾਂ ਤੋਂ ਇਲਾਵਾ 2 ਹੋਰ ਜੋ ਇੱਥੇ ਹੁੰਦੇ ਆ ਉਹਨਾਂ ਨੂੰ ਵੀ ਉਲਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸ ਤੋਂ ਬਾਅਦ ਗੱਲ ਬਾਕੀ ਅਫੀਸ਼ੀਅਲ ਤੱਕ ਪਹੁੰਚਦੀ ਆ ਅਤੇ ਉਹ ਵੀ ਇੱਥੇ ਪਹੁੰਚ ਕਰਦੇ ਨੇ। ਬਲਾਸਟ ਹੋਣ ਕਰਕੇ ਇੱਥੇ ਰੇਡੀਏਸ਼ਨ ਕਾਫੀ ਵੱਡੀ ਮਾਤਰਾ ਵਿੱਚ ਫੈਲਣਾ ਸ਼ੁਰੂ ਹੋ ਜਾਂਦਾ, ਪਰ ਇੱਥੋਂ ਦੇ ਸਾਰੇ ਵਰਕਰ ਸਵੇਰ ਹੋਣ ਤੱਕ ਵੀ ਇਸ ਹਾਦਸੇ ਤੋਂ ਪੂਰੀ ਤਰ੍ਹਾਂ ਅਣਜਾਣ ਹੁੰਦੇ ਆ। ਹੁਣ ਸਵੇਰ ਹੁੰਦਿਆਂ ਜਦੋਂ ਬਾਕੀ ਅਫੀਸ਼ੀਅਲ ਦੀ ਟੀਮ ਇੱਥੇ ਪਹੁੰਚਦੀ ਆ ਤਾਂ ਸਭ ਤੋਂ ਪਹਿਲਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਜਿਸ ਕਰਕੇ ਅੱਗ ਬੁਝਾਉਣ ਵਾਲੀਆਂ ਕਾਫੀ ਟੀਮਾਂ ਨੂੰ ਇੱਥੇ ਬੁਲਾਇਆ ਜਾਂਦਾ ਅਤੇ ਜਦੋਂ ਉਹ ਅੱਗੇ ਜਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰਦੇ ਨੇ ਤਾਂ ਉਹ ਵੀ ਰੇਡੀਏਸ਼ਨ ਦੀ ਚਪੇਟ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ। ਸ਼ਹਿਰ ਦੇ ਬਾਕੀ ਲੋਕ ਵੀ ਇਸ ਹਾਦਸੇ ਤੋਂ ਹਜੇ ਤੱਕ ਪੂਰੀ ਤਰ੍ਹਾਂ ਅਣਜਾਣ ਹੁੰਦੇ ਆ ਅਤੇ ਉਹ ਵੀ ਆਪਣੇ ਡੇਲੀ ਦੇ ਕੰਮ ਕਾਰਾਂ ਵਿੱਚ ਉਸੇ ਤਰ੍ਹਾਂ ਲੱਗੇ ਹੁੰਦੇ ਆ ਜਿਸ ਤਰ੍ਹਾਂ ਉਹ ਪਹਿਲਾਂ। ਹੁਣ ਇਸ ਹਾਦਸੇ ਦੀ ਖਬਰ ਜਦੋਂ ਸਰਕਾਰ ਤੱਕ ਪਹੁੰਚਦੀ ਆ ਤਾਂ ਇੱਕ ਟੀਮ ਦਾ ਗਠਨ ਕੀਤਾ ਜਾਂਦਾ ਜੋ ਇਸ ਹਾਦਸੇ ਦੀ ਇੱਕ ਰਿਪੋਰਟ ਬਣਾਉਂਦੇ ਆ ਅਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨੀ ਸ਼ੁਰੂ ਕਰਦੇ ਆ। ਇਸ ਕਮੇਟੀ ਦਾ ਇੱਕ ਮੈਂਬਰ ਬੈਲਰਿਕ ਜੋ ਇਸ ਹਾਦਸੇ ਨੂੰ ਚੰਗੀ ਤਰ੍ਹਾਂ ਸਮਝਦਾ, ਉਹ ਇਸ ਗੰਭੀਰ ਸਮੱਸਿਆ ਨੂੰ ਸਮਝਦਾ ਹੋਇਆ ਇਸ ਦੇ ਹੱਲ ਲਈ ਕੁਝ ਸੁਝਾਅ ਲੱਭਣੇ ਸ਼ੁਰੂ ਕਰਦਾ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਪਲਾਨ ਇਹ ਬਣਾਇਆ ਜਾਂਦਾ ਕਿ ਅੰਦਰੋਂ ਰਿਐਕਟਰਾਂ ਵਿੱਚ ਸਭ ਤੋਂ ਪਹਿਲਾਂ ਪਾਣੀ ਨੂੰ ਕੱਢਿਆ ਜਾਵੇ ਤਾਂ ਜੋ ਰੇਡੀਏਸ਼ਨ ਜ਼ਿਆਦਾ ਨਾ ਫੈਲ ਸਕੇ। ਪਰ ਇਸ ਕੋਸ਼ਿਸ਼ ਵਿੱਚ ਉਹਨਾਂ ਨੂੰ ਅਸਫਲਤਾ ਹਾਸਲ ਹੁੰਦੀ ਆ, ਜਿਸ ਕਰਕੇ ਹੁਣ ਦੂਸਰੇ ਪਲਾਨ ਦੀ ਵਰਤੋਂ ਕੀਤੀ ਜਾਂਦੀ ਆ, ਜਿਸ ਵਿੱਚ ਇੱਥੇ ਹੈਲੀਕਾਪਟਰਾਂ ਦੀ ਮਦਦ ਰਾਹੀਂ ਪਾਣੀ ਅਤੇ ਸੀਮੈਂਟ ਦੀਆਂ ਬੋਰੀਆਂ ਨੂੰ ਸੁੱਟਣ ਦਾ ਪਲਾਨ ਬਣਾਇਆ ਜਾਂਦਾ। ਹੁਣ ਜਦੋਂ ਪਾਣੀ ਅਤੇ ਸੀਮੈਂਟ ਵਾਲੇ ਹੈਲੀਕਾਪਟਰ ਬੁਲਾਏ ਜਾਂਦੇ ਆ ਅਤੇ ਉਹਨਾਂ ਨਾਲ ਹਾਦਸੇ ਵਾਲੀ ਜਗ੍ਹਾ 'ਤੇ ਪਾਣੀ ਅਤੇ ਸੀਮੈਂਟ ਦੀਆਂ ਬੋਰੀਆਂ ਦਾ ਛਿੜਕਾਅ ਕੀਤਾ ਜਾਂਦਾ ਤਾਂ ਇਸ ਸਮੇਂ ਦੌਰਾਨ ਹੀ ਇੱਕ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਜਾਂਦਾ, ਜਿਸ ਵਿੱਚ ਕਾਫੀ ਲੋਕਾਂ ਦੀ ਫੇਰ ਮੌਤ ਹੋ ਜਾਂਦੀ ਆ। ਇਸ ਤੋਂ ਬਾਅਦ ਇਸ ਦਾ ਰੇਡੀਏਸ਼ਨ ਵੀ ਇੰਨਾ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ ਕਿ ਇਸ ਨੂੰ ਮਾਪਣ ਵਾਲੇ ਮੀਟਰਾਂ ਵੀ ਟੁੱਟਣਾ ਸ਼ੁਰੂ ਹੋ ਜਾਂਦੇ ਨੇ। ਇਸ ਗੱਲ ਨੂੰ ਇਸ ਤਰੀਕੇ ਨਾਲ ਸਮਝਿਆ ਜਾ ਸਕਦਾ ਕਿ ਇੱਕ 200 ਦੀ ਸਪੀਡ ਤੱਕ ਚੱਲਣ ਵਾਲੀ ਕਾਰ ਜੇਕਰ ਉਸ ਨੂੰ 400 ਦੀ ਸਪੀਡ ਤੱਕ ਲਿਜਾਈਏ ਤਾਂ ਉਸ ਦਾ ਕੀ ਹਾਲ ਹੋਵੇਗਾ। ਅਜਿਹਾ ਹੀ ਕੁਝ ਇਸ ਰੇਡੀਏਸ਼ਨ ਨੂੰ ਮਾਪਣ ਵਾਲੇ ਮੀਟਰਾਂ ਨਾਲ ਹੁੰਦਾ। ਹੁਣ ਜਦੋਂ ਰੇਡੀਏਸ਼ਨ 30-40 ਕਿਲੋਮੀਟਰ ਦੀ ਰੇਂਜ ਤੱਕ ਫੈਲਣਾ ਸ਼ੁਰੂ ਹੋ ਜਾਂਦਾ ਤਾਂ ਇੱਥੋਂ ਦੀ ਗਵਰਨਮੈਂਟ ਤਾਂ ਇਸ ਸ਼ਹਿਰ ਨੂੰ ਖਾਲੀ ਕਰਨ ਦੀ ਟੀਵੀ ਰਾਹੀਂ ਅਨਾਉਂਸਮੈਂਟ ਜਾਰੀ ਕਰਦੀ ਆ, ਪਰ ਲੋਕ ਇਸ ਹਾਦਸੇ ਤੋਂ ਅਣਜਾਣ ਹੋਣ ਕਰਕੇ ਇਸ ਸ਼ਹਿਰ ਨੂੰ ਛੱਡਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੰਦੇ ਨੇ। ਸ਼ਾਇਦ ਉਹਨਾਂ ਨੂੰ ਇਹ ਤੱਕ ਵੀ ਪਤਾ ਨਹੀਂ ਹੁੰਦਾ ਕਿ ਇੱਥੋਂ ਜਾਣ ਤੋਂ ਬਾਅਦ ਉਹ ਦੁਬਾਰਾ ਮੁੜ ਕੇ ਸ਼ਹਿਰ ਵਿੱਚ ਕਦੇ ਨਹੀਂ ਰਹਿ ਸਕਣਗੇ। ਪਰ ਕਿਸੇ ਨਾ ਕਿਸੇ ਤਰੀਕੇ ਪੂਰਾ ਸ਼ਹਿਰ ਖਾਲੀ ਕਰਵਾਇਆ ਜਾਂਦਾ ਅਤੇ ਕਾਰਵਾਈ ਨੂੰ ਅੱਗੇ ਜਾਰੀ ਰੱਖਿਆ ਜਾਂਦਾ। ਹੁਣ ਦੂਸਰੀ ਸਵੇਰ ਤਕਰੀਬਨ 11 ਵਜੇ ਇੱਕ ਹੋਰ ਕਾਫੀ ਵੱਡਾ ਬਲਾਸਟ ਹੁੰਦਾ, ਜਿਸ ਨਾਲ ਰੇਡੀਏਸ਼ਨ ਦੀ ਇੰਨੀ ਜ਼ਿਆਦਾ ਮਾਤਰਾ ਫੈਲਦੀ ਆ ਕਿ ਉਹ ਆਸ-ਪਾਸ ਦੇ ਦੇਸ਼ ਬੈਲਾਰੂਸ ਤੱਕ ਪਹੁੰਚਣਾ ਸ਼ੁਰੂ ਹੋ ਜਾਂਦਾ। ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਹ ਗੱਲ ਇੰਟਰਨੈਸ਼ਨਲ ਲੈਵਲ ਤੱਕ ਪਹੁੰਚ ਜਾਂਦੀ ਆ। ਹੁਣ ਸੋਵੀਅਤ ਸੰਘ ਇਸ ਪੂਰੇ ਮਾਮਲੇ ਵਿੱਚ ਇੰਟਰਫੇਅਰ ਕਰਦਾ ਅਤੇ ਉਹ ਆਪਣੇ ਆਸ-ਪਾਸ ਦੇ ਕੁਝ ਦੇਸ਼ਾਂ ਦੇ ਐਕਸਪਰਟ ਨੂੰ ਇਸ ਹਾਦਸੇ ਵਾਲੀ ਜਗ੍ਹਾ 'ਤੇ ਭੇਜਦਾ। ਪਰ ਗੱਲ ਉਹੀ ਹੁੰਦੀ ਆ, ਜੋ ਵੀ ਜਾਂਚ ਪੜਤਾਲ ਕਰਨ ਵਾਲੀਆਂ ਟੀਮਾਂ ਅੰਦਰ ਜਾਂਦੀਆਂ ਨੇ ਉਹਨਾਂ ਵਿੱਚੋਂ ਜਾਂ ਤਾਂ ਕਈ ਦੀ ਮੌਤ ਹੋ ਜਾਂਦੀ ਆ ਜਾਂ ਫਿਰ ਕਈਆਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਕਈ ਇਸ ਰੇਡੀਏਸ਼ਨ ਦਾ ਸ਼ਿਕਾਰ ਹੋਣ ਕਰਕੇ ਗੰਭੀਰ ਹਾਲਤ ਵਿੱਚ ਬਿਮਾਰ ਹੋ ਜਾਂਦੇ ਨੇ। ਦੋਸਤੋ, ਇਹ ਰੇਡੀਏਸ਼ਨ ਇੰਨਾ ਜ਼ਿਆਦਾ ਖਤਰਨਾਕ ਸੀ ਜਿਸ ਦੀ ਚਪੇਟ ਵਿੱਚ ਆਉਣ ਨਾਲ ਬਹੁਤ ਸਾਰੇ ਲੋਕਾਂ ਦੀ ਤੁਰੰਤ ਮੌਤ ਹੋ ਗਈ, ਬਹੁਤ ਜ਼ਿਆਦਾ ਗੰਭੀਰ ਹਾਲਤ ਵਿੱਚ ਬਿਮਾਰ ਹੋ ਗਏ। ਪਰ ਕੁਝ ਵਰਕਰ ਜੋ ਇਸ ਕੰਮ ਨੂੰ ਠੀਕ ਕਰਨ ਵਿੱਚ ਲੱਗੇ ਹੁੰਦੇ ਆ, ਉਹਨਾਂ ਦੇ ਆਉਣ ਵਾਲੇ 2-3 ਸਾਲਾਂ ਵਿੱਚ ਅੰਦਰੋਂ ਹੱਡੀਆਂ ਜਾਂ ਖੂਨ ਗਲਣਾ ਸ਼ੁਰੂ ਹੋ ਜਾਂਦਾ ਜਾਂ ਫਿਰ ਬਹੁਤ ਸਾਰੇ ਲੋਕ ਕੈਂਸਰ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦੇ ਨੇ। ਜਿੰਨੇ ਵੀ ਲੋਕ ਰੇਡੀਏਸ਼ਨ ਦੀ ਚਪੇਟ ਵਿੱਚ ਆਏ, ਆਉਣ ਵਾਲੇ ਕੁਝ ਸਾਲਾਂ ਅੰਦਰ ਉਹਨਾਂ ਵਿੱਚੋਂ ਬਹੁਤ ਦੀ ਮੌਤ ਹੁੰਦੀ ਰਹੀ, ਜਿਨ੍ਹਾਂ ਦੀ ਮੇਨ ਵਜ੍ਹਾ ਹੁੰਦੀ ਜਾਂ ਤਾਂ ਕੈਂਸਰ ਜਾਂ ਉਹਨਾਂ ਦੀਆਂ ਅੰਦਰੋਂ ਹੱਡੀਆਂ ਗਲਣੀਆਂ ਸ਼ੁਰੂ ਹੋ ਜਾਂਦੀਆਂ ਜਾਂ ਉਹਨਾਂ ਦੇ ਖੂਨ ਵਿੱਚ ਖਰਾਬੀ ਆਉਣੀ ਸ਼ੁਰੂ ਹੋ ਜਾਂਦੀ। ਇਹ ਹਾਦਸਾ ਇੰਨਾ ਭਿਆਨਕ ਸੀ ਜਿਸ ਨੇ 5 ਲੱਖ
5 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਤੇ ਸਿੱਧੇ ਤੌਰ ਤੇ ਉਹਨਾਂ ਉੱਪਰ ਅਸਰ ਪਾਇਆ। ਇਹ ਸ਼ਹਿਰ ਅੱਜ ਵੀ ਪੂਰੀ ਤਰ੍ਹਾਂ ਉਜੜਿਆ ਹੋਇਆ ਤੇ ਲਗਭਗ $70 ਬਿਲੀਅਨ ਦਾ ਨੁਕਸਾਨ ਹੋ ਜਾਂਦਾ। ਬੇਸ਼ੱਕ ਸ਼ੁਰੂ ਵਿੱਚ ਸੋਵੀਅਤ ਸੰਘ ਆਪਣੀ ਗਲਤੀ ਨੂੰ ਮੰਨਣ ਤੋਂ ਇਨਕਾਰ ਕਰ ਰਹੀ ਸੀ, ਪਰ ਆਖਰ ਉਸ ਨੂੰ ਇਸ ਸਭ ਦਾ ਇਲਜ਼ਾਮ ਆਪਣੇ ਸਿਰ ਉੱਪਰ ਲੈਣਾ ਪੈਂਦਾ। ਇਸ ਹਾਦਸੇ ਦੇ ਹੋਣ ਪਿੱਛੇ ਬਹੁਤ ਸਾਰੀਆਂ ਕਮੀਆਂ ਸਾਹਮਣੇ ਆਉਂਦੀਆਂ ਨੇ, ਜਿਨ੍ਹਾਂ ਵਿੱਚੋਂ ਪਹਿਲੀ ਹੁੰਦੀ ਆ ਕਿ ਉਸ ਰਾਤ ਦੀ ਸ਼ਿਫਟ ਨੂੰ ਕੰਮ ਕਰਨ ਵਾਲੇ ਵਰਕਰਾਂ ਦਾ ਕੰਮ ਬਾਰੇ ਪਤਾ ਨਾ ਹੋਣਾ। ਦੂਸਰਾ, ਇਸ ਪਲਾਂਟ ਨੂੰ ਬਣਾਉਣ ਸਮੇਂ ਵੀ ਅਜਿਹੀਆਂ ਬਹੁਤ ਸਾਰੀ ਤਕਨੀਕੀਆਂ ਗਲਤੀਆਂ ਹੋਈਆਂ ਜਿਨ੍ਹਾਂ ਕਰਕੇ ਇਹ ਹਾਦਸਾ ਵਾਪਰਿਆ। ਤੀਸਰੀ ਸਭ ਤੋਂ ਵੱਡੀ ਵਜ੍ਹਾ ਇਹ ਵੀ ਮੰਨੀ ਗਈ ਕਿ ਇਸ ਪਾਵਰ ਪਲਾਂਟ ਨੂੰ ਬਣਾਉਣ ਸਮੇਂ ਕਾਫੀ ਵੱਡੀ ਹੱਦ ਤੱਕ ਇੱਥੇ ਕਰਪਸ਼ਨ ਵੀ ਹੋਇਆ। ਇਸ ਕਰਕੇ ਹੀ ਇਸ ਨੂੰ ਮਨੁੱਖ ਦੀ ਗਲਤੀ ਦੁਆਰਾ ਵਾਪਰਿਆ ਇੱਕ ਸਭ ਤੋਂ ਵੱਡਾ ਨਿਊਕਲੀਅਰ ਪਲਾਂਟ ਦਾ ਹਾਦਸਾ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਅੱਜ ਦੇ ਸਮੇਂ ਤੱਕ ਯੂਰਪ ਦੇ ਦੇਸ਼ਾਂ ਜਾਂ ਫਿਰ ਰਸ਼ੀਆ ਵਿੱਚ ਕੋਈ ਵੀ ਪਰਮਾਣੂ ਪਲਾਂਟ ਨਹੀਂ ਬਣਾਇਆ ਗਿਆ, ਕਿਉਂਕਿ ਇਹ ਐਡਾ ਵੱਡਾ ਹਾਦਸਾ ਸੀ ਜਿਸ ਨੇ ਨਾ ਸਿਰਫ ਹਜ਼ਾਰਾਂ ਜਾਂ ਲੱਖਾਂ ਲੋਕਾਂ ਦੀਆਂ ਜਾਨਾਂ ਲਈਆਂ, ਬਲਕਿ ਬਹੁਤ ਵੱਡੇ ਪੱਧਰ ਤੇ ਲੋਕਾਂ ਦਾ ਨੁਕਸਾਨ ਵੀ ਕੀਤਾ। ਇਸ ਗਲਤੀ ਦੀ ਵਜ੍ਹਾ ਕਰਕੇ ਹੀ ਬਹੁਤ ਸਾਰੀਆਂ ਬਿਮਾਰੀਆਂ ਵੀ ਇੱਥੇ ਵੇਖਣ ਨੂੰ ਮਿਲੀਆਂ, ਜਿਸ ਦੀ ਵਜ੍ਹਾ ਕਰਕੇ ਅੱਜ ਵੀ ਇੱਥੇ ਲੋਕਾਂ ਦੇ ਜਾਣ ਦੀ ਸਖਤ ਮਨਾਹੀ ਕੀਤੀ ਗਈ ਹੈ। ਮੰਨਿਆ ਜਾਂਦਾ ਕਿ ਜੇਕਰ ਕੋਈ ਐਕਸਪਰਟ ਇੱਥੇ ਜਾਣਾ ਵੀ ਚਾਹੁੰਦਾ ਤਾਂ ਉਸ ਨੂੰ ਅਜਿਹੇ ਕੱਪੜੇ ਪਹਿਨ ਕੇ ਜਾਣਾ ਪੈਂਦਾ ਜਿਨ੍ਹਾਂ ਨੂੰ ਆਉਣ ਤੋਂ ਬਾਅਦ ਤੁਰੰਤ ਨਸ਼ਟ ਕਰਨਾ ਪੈਂਦਾ, ਕਿਉਂਕਿ ਇੱਥੇ ਅੱਜ ਵੀ ਰੇਡੀਏਸ਼ਨ ਦੀ ਕਾਫੀ ਜ਼ਿਆਦਾ ਮਾਤਰਾ ਪਾਈ ਜਾਂਦੀ ਆ। ਦੋਸਤੋ, ਉਮੀਦ ਹੈ ਤੁਹਾਨੂੰ ਅੱਜ ਦੀ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਇਹ ਕਹਾਣੀ ਸਮਝ ਆਉਂਦੀ ਆ ਤਾਂ ਕਿਰਪਾ ਕਰਕੇ ਵੀਡੀਓ ਨੂੰ ਜ਼ਰੂਰ ਲਾਈਕ ਕਰਨਾ